भाई जिन्हां ने संघर्षां च आउणा ਉਹ ਬੰਦਾ ਸਾਡੇ ਨਾਲ ਤੁਰੇ ਜਿਹਨੂੰ ਮਾਰਨ ਦਾ ਡਰ ਨਹੀਂ ਹੈਗਾ। ਪਰ ਮੈਂ ਤੁਹਾਨੂੰ ਇੱਕ ਗੱਲ ਸਾਫ਼ ਕਰਨਾ ਚਾਹੁੰਦਾ ਭਈ ਜਿਹੜੀਆਂ ਫਰਦਾਂ ਅੱਜ ਸਾਤੋਂ ਸਰਕਾਰ ਮੰਗ ਰਹੀ ਆ ਉਹ ਅਸੀਂ ਸਰਕਾਰ ਦੇ ਤਾਣੇ ਬਾਣੇ ਚੋਂ ਤਾਂ ਕਢਾ ਕੇ ਅਸੀਂ ਆੜ੍ਹਤੀਆਂ ਨੂੰ ਦੇਣੀਆਂ ਨੇ ਤੇ ਆੜ੍ਹਤੀਆਂ ਨੇ ਗਾਹਾਂ ਮੰਡੀ ਬੋਰਡ ਕੋਲ ਜਾਣੀਆਂ ਨੇ ਗਾਹਾਂ ਸਰਕਾਰ ਕੋਲ ਜਾਣੀਆਂ ਨੇ। ਪਰ ਉਹ ਤੁਹਾਡੇ ਮੂਹਰੇ ਇੱਕ ਐਂ ਗੱਲ ਰੱਖ ਰਹੇ ਨੇ ਵੀ ਸਰਕਾਰ ਵੱਲੋਂ ਕਹੀ ਗੱਲ ਤੇ ਤੁਹਾਡੇ ਲੋਕਾਂ ਦੇ ਵਿੱਚ ਗੱਲ ਕਿਹੋ ਜਿਹੀ ਚੱਲਦੀ ਆ ਤੁਸੀਂ ਉਹਦੇ ਤੇ ਜਿਹੜਾ ਰਿਐਕਟ ਆ ਉਹ ਕਿਵੇਂ ਕਰਦੇ ਹੋ। ਸਾਡਾ ਵੀਰ ਦੱਸ ਕੇ ਗਿਆ ਵੀ ਪ੍ਰਧਾਨ ਮੰਤਰੀ ਦੇਸ਼ ਤੋਂ ਬਾਹਰ ਗਿਆ ਹੋਇਆ ਉੱਥੇ ਵੀ ਉਹਦੀ ਤੋਏ ਤੋਏ ਹੋ ਰਹੀ ਆ। ਤੁਹਾਡੇ ਸੰਘਰਸ਼ ਦੀਆਂ ਲੀਹਾਂ ਪੂਰੀ ਦੁਨੀਆ ਤੱਕ ਚਲੇ ਗਈਆਂ ਤੇ ਇਸੇ ਤਰ੍ਹਾਂ ਤੁਸੀਂ ਦੂਜੇ ਮੁਲਕਾਂ ਨੂੰ ਲੜਨ ਲਈ ਵੀ ਚੇਤਨ ਕਰ ਰਹੇ ਹੋ। बहुत ही सत्कारयोग दिल्ली दीआं बरूहां ते डटे साडे बजुर्ग बापू साडियां मामा भैणां ते नौजवान वीर साढ़े 9 महीने तो उपर दा समा हो गया तकरीबन 10 महीने पूरे होने वाले ने ते जेड़े खेती कानून साडे ते पिछले 1 साल तो ਕਾਨੂੰਨਾਂ ਦੇ ਰੂਪ ਦੇ ਵਿੱਚ ਆਏ ਨੇ ਸਾਡੀਆਂ ਜ਼ਮੀਨਾਂ ਖੋਹਣ ਦੇ ਲਈ ਤੇ ਉਹ ਕਾਰਪੋਰੇਟਾਂ ਦੇ ਲਈ ਜਿਹੜਾ ਇਹ ਰਾਹ ਪੱਧਰਾ ਕੀਤਾ ਜਾ ਰਿਹਾ ਇਸ ਕਾਨੂੰਨਾਂ ਦੇ ਰਾਹੀਂ। ਪਰ ਪਿਛਲੇ ਲੰਮੇ ਸਮੇਂ ਤੋਂ ਸਾਡੇ ਉਹ ਲੋਕ ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਨੂੰ ਅਸੀਂ ਆਦੀਵਾਸੀ ਲੋਕ ਕਹਿੰਦੇ ਆ ਜਿਨ੍ਹਾਂ ਦਾ ਰਹਿਣ ਸਹਿਣ ਦਾ ਖਾਣ ਪੀਣ ਦਾ ਤੇ ਬੋਲਣ ਚੱਲਣ ਦਾ ਜਿਹੜਾ ਕੁੱਲ ਤਰੀਕਾ ਉਹ ਸਾਡੀ ਇਸ ਦੁਨੀਆ ਦੇ ਨਾਲੋਂ ਵੱਖ ਆ ਤੇ ਜਾਨੀ ਕਹਿਣਾ ਹੋਵੇ ਬਈ ਉਹਨਾਂ ਦਾ ਤੇ ਸਾਡੇ ਜੀਵਨ ਦਾ ਐਂ ਫਰਕ ਆ ਬਈ ਉਹ ਜੰਗਲਾਂ ਦੇ ਵਿੱਚ ਲੋਕ ਕੇ ਰਹਿੰਦੇ ਨੇ ਤੇ ਅਸੀਂ ਇੱਕ ਖੁੱਲੇ ਮਾਹੌਲ ਦੇ ਵਿੱਚ ਜਿੱਥੇ ਵੱਖ-ਵੱਖ ਤਰ੍ਹਾਂ ਦੇ ਸੱਭਿਆਚਾਰ ਰਲ ਮਿਲ ਕੇ ਰਹਿੰਦੇ ਨੇ ਤੇ ਉਹ ਲੋਕ ਜਿਨ੍ਹਾਂ ਦੀ ਧਰਤੀ ਮਾਲ ਖਜ਼ਾਨਿਆਂ ਦੇ ਨਾਲ ਭਰੀ ਹੋਈ ਆ ਜਿਹਦੇ ਵਿੱਚ ਖਣਿਜ ਲੋਹਾ ਇਸਪਾਤ ਐਲੂਮੀਨੀਅਮ ਕੋਲਾ ਇੱਥੋਂ ਤੱਕ ਕਿ ਸੋਨਾ ਚਾਂਦੀ ਜਿਹੜੇ ਉਹ ਛੱਤੀਸਗੜ੍ਹ ਤੇ ਝਾਰਖੰਡ ਦੇ ਜੰਗਲਾਂ ਦੇ ਵਿੱਚ ਰਹਿੰਦੇ ਨੇ ਉੱਥੋਂ ਨਿਕਲਦਾ ਤੇ ਇੱਥੋਂ ਦੀਆਂ ਸਰਕਾਰਾਂ ਉਹ ਜਿਹੜਾ ਸਾਡਾ ਖਣਿਜਾਂ ਦਾ ਜਿਹੜਾ ਖਜ਼ਾਨਾ ਉਹ ਕਾਰਪੋਰੇਟ ਘਰਾਣਿਆਂ ਨੂੰ ਤੇ ਉਹ ਸਾਮਰਾਜੀ ਕੰਪਨੀਆਂ ਨੂੰ ਜਿਨ੍ਹਾਂ ਦੇ ਕਹਿਣ ਤੇ ਹੁਣੇ ਸਾਡੇ ਤੇ ਕਾਨੂੰਨ ਆਏ ਨੇ ਉਹ ਕੰਪਨੀਆਂ ਸਰਕਾਰ ਤੇ ਦਬਾਅ ਪਾ ਕੇ ਉੱਥੋਂ ਦੀਆਂ ਜ਼ਮੀਨਾਂ ਲੀਜ਼ ਤੇ ਲੈ ਰਹੀਆਂ ਨੇ ਤੇ ਉੱਥੇ ਕਾਰਪੋਰੇਟ ਘਰਾਣੇ ਤੇ ਸਾਮਰਾਜੀ ਕੰਪਨੀਆਂ ਆਪਣਾ ਪੂਰਾ ਦਬਾਅ ਚਲਾ ਕੇ ਤੇ ਜਿਹੜੇ ਸੈਨਿਕ ਬਲ ਨੇ ਉਹਨਾਂ ਦੀ ਵਰਤੋਂ ਕਰਕੇ ਉਹ ਲੋਕਾਂ ਨੂੰ ਉਸ ਜ਼ਮੀਨਾਂ ਦੇ ਵਿੱਚੋਂ ਧੱਕੇ ਨਾਲ ਖਦੇੜ ਰਹੇ ਨੇ ਤੇ ਫਿਰ ਜਿੱਥੋਂ ਉਹ ਉਹਨਾਂ ਨੂੰ ਖਦੇੜਿਆ ਜਾ ਰਿਹਾ ਤੇ ਜਿਹੜੀ ਅੱਜ ਸਾਡੇ ਤੇ ਇਹ ਕਾਨੂੰਨ ਆਏ ਨੇ ਉਹ ਸਿੱਧੇ ਸਾਡੇ ਤੇ ਇੱਕ ਅਟੈਕ ਲੈ ਕੇ ਨਹੀਂ ਆਏ ਵੀ ਸਾਨੂੰ ਸਾਡੀਆਂ ਜ਼ਮੀਨਾਂ ਚੋਂ ਕੱਢ ਦੇਣਗੇ ਪਰ
ਅਸੀਂ ਇਹਨਾਂ ਨੂੰ ਰੋਕਣ ਦੇ ਲਈ 11 ਮਹੀਨੇ ਪੰਜਾਬ 'ਚ ਸਾਨੂੰ ਸੰਘਰਸ਼ ਚੱਲਦੇ ਨੂੰ ਹੋ ਗਿਆ ਤੇ 9 ਮਹੀਨੇ ਤੋਂ ਉੱਤੇ ਦਾ ਸਮਾਂ ਸਾਨੂੰ ਇੱਥੇ ਹੋ ਗਿਆ। ਜੇ ਅਸੀਂ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਾਂ, ਜੇ ਭਲਾ ਸਾਡੇ ਘਰ ਦੇ ਵਿੱਚ ਸਾਨੂੰ ਕੋਈ ਸਿੱਧਾ ਆ ਕੇ ਸਾਨੂੰ ਉਸ ਘਰ ਤੋਂ ਬਾਹਰ ਕੱਢੇ ਤਾਂ ਅਸੀਂ ਉਸ ਚੀਜ਼ ਦਾ ਵਿਰੋਧ ਨਹੀਂ ਕਰਾਂਗੇ। ਤੇ ਇੱਕ ਨਹੀਂ, ਉੱਥੋਂ ਦੇ ਆਦੀਵਾਸੀ ਲੋਕ ਜਿਹੜੇ ਆਪਣੇ ਜਲ ਜੰਗਲ ਜ਼ਮੀਨ ਤੇ ਖਣਿਜਾਂ ਨੂੰ ਬਚਾਉਣ ਦੇ ਲਈ ਉੱਥੇ ਲਗਾਤਾਰ ਸੰਘਰਸ਼ ਕਰ ਰਹੇ ਨੇ ਤੇ ਇੱਥੋਂ ਦੀਆਂ ਸਰਕਾਰਾਂ ਉਸ ਚੀਜ਼ ਨੂੰ ਵਰਤ ਕੇ ਉਹਨਾਂ ਨੂੰ ਕਦੇ ਨਕਸਲੀਆਂ ਦਾ ਨਾਮ ਦਿੰਦੇ ਨੇ, ਕਦੇ ਮਾਓਵਾਦੀਆਂ ਦਾ ਨਾਮ ਦਿੰਦੇ ਨੇ ਤੇ ਲੋਕਾਂ 'ਚ ਕੀ ਪ੍ਰਚਾਰਦੇ ਨੇ ਬਈ ਜਿਹੜੇ ਇਹ ਲੋਕ ਜੰਗਲਾਂ ਦੇ ਵਿੱਚ ਨੇ, ਜਿਹੜੇ ਸਾਡੇ ਸੈਨਿਕਾਂ ਨੂੰ ਮਾਰਦੇ ਨੇ, ਇਹਨਾਂ ਤੋਂ ਸਾਡੇ ਦੇਸ਼ ਨੂੰ ਬਹੁਤ ਵੱਡਾ ਖਤਰਾ। ਜਣੀ ਕਹਿਣ ਦਾ ਭਾਵ ਬਈ ਇੱਥੋਂ ਦੀਆਂ ਸਰਕਾਰਾਂ ਇੱਕ ਤਾਂ ਉਹਨਾਂ ਤੇ ਜਾ ਕੇ ਹਮਲਾ ਕਰਦੀਆਂ ਨੇ ਉੱਥੋਂ ਦੀਆਂ ਜ਼ਮੀਨਾਂ ਖੋਹਣ ਲਈ, ਤੇ ਦੂਜੇ ਪਾਸੇ ਜਦੋਂ ਉਹਨਾਂ ਦੀ ਆਪਸ ਵਿੱਚ ਮੁੱਠਭੇੜ ਹੁੰਦੀ ਆ, ਦੋਨੋਂ ਪਾਸੋਂ ਦੇ ਜਿਹੜੇ ਲੋਕ ਨੇ ਉਹ ਮਾਰੇ ਜਾਂਦੇ ਨੇ, ਤਾਂ ਸਰਕਾਰ ਉਲਟਾ ਇਲਜ਼ਾਮ ਉਹਨਾਂ ਤੇ ਲਾਉਂਦੀ ਆ, ਉਹ ਆਦੀਵਾਸੀ ਲੋਕਾਂ ਤੇ ਜਿਹੜਾ ਆਪਣੇ ਜਲ ਜੰਗਲ ਜ਼ਮੀਨ ਨੂੰ ਬਚਾਉਣ ਲਈ ਲੜਦੇ ਨੇ। ਤੇ ਜਦੋਂ ਉਹ ਲੋਕ ਲੜਦੇ ਨੇ, ਉਹ ਫੌਜਾਂ ਨੂੰ ਸਿੱਧੀਆਂ ਟੱਕਰਾਂ ਦਿੰਦੇ ਨੇ, ਤਾਂ ਉਹਨਾਂ ਨੂੰ ਇਸ ਸੰਘਰਸ਼ ਦੇ ਵਿੱਚੋਂ ਖਦੇੜਨ ਦੇ ਲਈ ਬਈ ਉਹ ਨਾ ਲੜ ਸਕਣ, ਉਹਨਾਂ ਦੇ ਜਿਹੜੇ ਖਾਣ ਪੀਣ ਵਾਲੇ ਸਾਧਨ ਨੇ, ਭਾਵੇਂ ਉਹਨਾਂ ਦੇ ਪਾਣੀ ਦੇ ਸਰੋਤ ਨੇ, ਭਾਵੇਂ ਉਹਨਾਂ ਦੀਆਂ ਉੱਥੋਂ ਦੀਆਂ ਫਸਲਾਂ ਨੇ, ਪਾਣੀ ਦੇ ਵਿੱਚ ਜ਼ਹਿਰਾਂ ਘੋਲ ਦਿੱਤੀਆਂ ਜਾਂਦੀਆਂ ਨੇ ਤੇ ਜੰਗਲਾਂ ਦੇ ਵਿੱਚ ਜਿਹੜੀ ਖੜੀ ਫਸਲ ਆ ਉਸ ਨੂੰ ਅੱਗ ਲਾ ਦਿੱਤੀ ਜਾਂਦੀ ਆ। ਤੇ ਪਰ ਉਹ ਸਿਰੜੀ ਲੋਕ ਸਿਰ ਨਾਲ ਸਿਰ ਜੋੜ ਕੇ, ਮੋਢੇ ਨਾਲ ਮੋਢਾ ਜੋੜ ਕੇ ਲਗਾਤਾਰ ਕਈ ਸਾਲਾਂ ਤੋਂ ਇੱਕਣੀ ਸਰਕਾਰ ਨੂੰ ਟੱਕਰ ਦਿੰਦੇ ਆ ਰਹੇ ਨੇ। ਪਤਾ ਉਹਨਾਂ ਨੂੰ ਵੀ ਆ ਵੀ ਜਿਹੜੀ ਸਰਕਾਰ ਆ ਉਹਦੀ ਤਾਕਤ ਵੱਡੀ ਆ, ਤੇ ਪਰ ਫਿਰ ਵੀ ਉਹ ਆਪਣੀ ਜ਼ਮੀਨ ਨੂੰ ਬਚਾਉਣ ਦੇ ਲਈ ਲੜ ਰਹੇ ਨੇ। ਤੇ ਗੱਲ ਮੈਂ ਇਸ ਸੰਘਰਸ਼ ਤੇ ਲੈ ਕੇ ਆਣਾ ਉਸ ਦੀ ਬਈ ਜਿਹੜੇ ਉਹ ਲੋਕ ਲੜ ਰਹੇ ਨੇ ਉਹਨਾਂ ਨੂੰ ਪਾਣੀ ਤੇ ਫਸਲ ਖਾਣ ਪੀਣ ਦੀਆਂ ਵਸਤੂਆਂ ਤੋਂ ਬਿਨਾਂ ਵੀ ਲੜਨਾ ਪੈਂਦਾ, ਤੇ ਸਾਡੇ ਕੋਲ ਸਾਰਾ ਕੁਝ ਆ। ਤੇ ਅਸੀਂ ਇੱਕ ਨਹੀਂ, ਜੇ ਮੋਢੇ ਦੇ ਨਾਲ ਮੋਢਾ ਲਾ ਕੇ ਜੋੜ ਕੇ ਚੱਲਾਂਗੇ ਤੇ ਜਿਵੇਂ ਉਹਨਾਂ ਨੇ ਹੁਣ ਤੱਕ ਉੱਥੋਂ ਦੇ ਜਲ ਜੰਗਲ ਜ਼ਮੀਨ ਤੇ ਪੂਰੀ ਤਰ੍ਹਾਂ ਕਾਰਪੋਰੇਟਾਂ ਦਾ ਕਬਜ਼ਾ ਨਹੀਂ ਹੋਣ ਦਿੱਤਾ, ਤਾਂ ਉਸੇ ਤਰ੍ਹਾਂ ਅਸੀਂ ਵੀ ਇਹਨਾਂ ਕਾਰਪੋਰੇਟਾਂ ਤੇ ਇਹ ਸਰਮਾਏਦਾਰਾਂ ਦੇ ਕਾਨੂੰਨਾਂ ਨੂੰ ਆਪਣੇ ਦੇਸ਼ ਦੇ ਵਿੱਚੋਂ ਕੱਢ ਕੇ ਰਹਾਂਗੇ। ਤੇ ਜਿਹੜਾ ਭਗਤ ਸਿੰਘ ਦਾ ਸੁਪਨਾ ਸੀ ਵੀ ਜਿਹੜੀ ਇੱਥੋਂ ਦੀ ਸਰਮਾਏਦਾਰ ਕਲਾਸ ਆ ਉਹਨੂੰ ਇੱਥੋਂ ਕੱਢ ਕੇ ਇੱਥੋਂ ਦੇ ਕੁੱਲ ਸਿਸਟਮ ਤੇ ਸਾਡੇ ਕਿਰਤ ਕਰਨ ਵਾਲੇ ਲੋਕਾਂ ਦਾ ਹੱਕ ਹੋਵੇ, ਸਾਡੇ ਕਿਰਤ ਕਰਨ ਵਾਲੇ ਲੋਕਾਂ ਦੀ ਲੁੱਟ ਨਾ ਹੋਵੇ, ਬਰਾਬਰਤਾ ਦਾ ਦਰਜਾ ਹੋਵੇ, ਉਹ ਰਾਜ ਅਸੀਂ ਲੈ ਕੇ ਆਉਣਾ। ਤੇ ਜਿਵੇਂ ਸਾਨੂੰ ਹੁਣ ਸਖਾਵੀਆਂ ਹਾਲਤਾਂ ਚੋਂ ਨਿਕਲ ਰਿਹਾ ਸਾਡਾ ਸੰਘਰਸ਼, ਸਾਨੂੰ ਇੱਕ ਗੱਲ ਯਾਦ ਰੱਖਣ ਦੀ ਲੋੜ ਆ ਬਈ ਸਾਡੇ ਸ਼ਹੀਦਾਂ ਨੇ ਵੀ ਸਾਨੂੰ ਕਿਹਾ ਬਈ ਜਿਨ੍ਹਾਂ ਨੇ ਸੰਘਰਸ਼ਾਂ 'ਚ ਆਉਣਾ ਉਹ ਬੰਦਾ ਸਾਡੇ ਨਾਲ ਤੁਰੇ ਜਿਹਨੂੰ ਮਾਰਨ ਦਾ ਡਰ ਨਹੀਂ ਹੈਗਾ। ਕਿਉਂਕਿ ਜੇ ਤੁਸੀਂ ਹੱਕ ਮੰਗਦੇ ਹੋ ਇੱਥੋਂ, ਜਿਵੇਂ ਉਹ ਸਾਡੇ ਆਦੀਵਾਸੀ ਲੋਕ ਮੰਗਦੇ ਨੇ, ਉਹਨਾਂ ਨੂੰ ਸਿੱਧੀ ਗੋਲੀ ਮਿਲਦੀ ਆ, ਤਾਂ ਸਾਡਾ ਵੀ ਜਥੇਬੰਦੀ ਦਾ ਇਤਿਹਾਸ ਆ, ਸਾਡੇ ਸ਼ਹੀਦਾਂ ਦਾ ਇਤਿਹਾਸ ਆ।
ਸਾਡੇ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ। ਸਾਡੇ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਜੀ ਦਾ ਸਾਡਾ ਇਤਿਹਾਸ ਆ। ਅੰਮ੍ਰਿਤਸਰ ਦੀ ਧਰਤੀ ਤੇ ਜ਼ਮੀਨਾਂ ਬਚਾਉਣ ਲਈ ਗਏ ਸੀ, ਜ਼ਮੀਨਾਂ ਵੀ ਬਚਾਈਆਂ, ਪਰ ਉੱਥੇ ਸਿਰ ਦੇਣਾ ਪਿਆ ਜ਼ਮੀਨਾਂ ਬਚਾਉਣ ਦੇ ਲਈ। ਤੇ ਉਸੇ ਹੀ ਸੰਘਰਸ਼ਾਂ ਦੀ, ਉਹਨਾਂ ਦੀ ਹੀ ਦਿੱਤੀ ਹੋਈ ਲਾਈਨ ਤੇ ਅੱਜ ਅਸੀਂ ਇੱਥੇ ਤੱਕ ਪਹੁੰਚੇ ਆ। ਤੇ ਇਸੇ ਹੀ ਲਾਈਨ ਨੂੰ ਗਾਹਾਂ ਵਧਾਉਂਦੇ ਹੋਏ ਅਸੀਂ ਇਹਨਾਂ ਸਰਕਾਰਾਂ ਦੇ ਨੱਥ ਪਾਉਣੀਆਂ, ਇਹਨਾਂ ਇੱਥੇ ਸਾਮਰਾਜੀਆਂ ਨੂੰ ਦੇਸ਼ ਚੋਂ ਕੱਢਣਾ। ਪਰ ਜਿਹੜੇ ਸਾਮਰਾਜੀ ਲੋਕ ਨੇ ਤੇ ਇੱਥੋਂ ਦੇ ਕਾਰਪੋਰੇਟ ਘਰਾਣੇ ਨੇ, ਉਹ ਨਵੀਆਂ ਨਵੀਆਂ ਬਿਉਂਤਾਂ ਲਗਾਤਾਰ ਬਣਾਉਂਦੇ ਰਹਿੰਦੇ ਨੇ। ਤੁਸੀਂ ਦੇਖਿਆ ਹੋਊ ਪਿੰਡਾਂ ਦੇ ਵਿੱਚ ਸਾਡੇ ਆਮ ਗੱਲ ਚੱਲਦੀ ਆ। ਸਾਡੇ ਜਥੇਬੰਦੀ ਨੇ ਵੀ ਉਸ ਤੇ ਫੈਸਲਾ ਲਿਆ ਕਿ ਜਿਹੜੀਆਂ ਸਰਕਾਰ ਵੱਲੋਂ ਫਰਦਾਂ ਮੰਗੀਆਂ ਗਈਆਂ ਨੇ, ਆਪਣੇ ਜਥੇਬੰਦੀ ਦਾ ਸਾਫ਼ ਫੈਸਲਾ ਵੀ ਅਸੀਂ ਫਰਦਾਂ ਨਹੀਂ ਦੇਣੀਆਂ। ਤੇ ਪਰ ਸਰਕਾਰ ਹੁਣ ਆੜਤੀਆਂ ਰਾਹੀਂ ਸਾਡੇ ਤੇ ਦਬਾਅ ਪਾ ਰਹੀ ਆ, ਬਈ ਅਸੀਂ ਸਿਰਫ ਤੁਹਾਡੀ ਕੀਲੇ ਦੀ 27 ਕੁਇੰਟਲ ਜਿਹੜੀ ਜੀਰੀ ਆ ਉਹ ਲਵਾਂਗੇ, ਉਸ ਤੋਂ ਜਿਹੜੀ ਵੱਧ ਆ ਉਹ ਅਸੀਂ ਨਹੀਂ ਲਵਾਂਗੇ। ਪਰ ਮੈਂ ਤੁਹਾਨੂੰ ਇੱਕ ਗੱਲ ਸਾਫ਼ ਕਰਨਾ ਚਾਹੁੰਦਾ, ਬਈ ਜਿਹੜੀਆਂ ਫਰਦਾਂ ਅੱਜ ਸਾਤੋਂ ਸਰਕਾਰ ਮੰਗ ਰਹੀ ਆ, ਉਹ ਅਸੀਂ ਸਰਕਾਰ ਦੇ ਤਾਣੇ ਬਾਣੇ ਚੋਂ ਤਾਂ ਕਢਾ ਕੇ ਅਸੀਂ ਆੜਤੀਆਂ ਨੂੰ ਦੇਣੀਆਂ ਨੇ। ਤੇ ਆੜਤੀਆਂ ਨੇ ਗਾਹਾਂ ਮੰਡੀ ਬੋਰਡ ਕੋਲ ਜਾਣੀਆਂ ਨੇ, ਗਾਹਾਂ ਸਰਕਾਰ ਕੋਲ ਜਾਣੀਆਂ ਨੇ। ਪਰ ਉਹ ਤੁਹਾਡੇ ਮੂਹਰੇ ਇੱਕ ਐਂ ਗੱਲ ਰੱਖ ਰਹੇ ਨੇ ਵੀ ਸਰਕਾਰ ਵੱਲੋਂ ਕਹੀ ਗੱਲ ਤੇ ਤੁਹਾਡੇ ਲੋਕਾਂ ਦੇ ਵਿੱਚ ਗੱਲ ਕਿਹੋ ਜਿਹੀ ਚੱਲਦੀ ਆ, ਤੁਸੀਂ ਉਹਦੇ ਤੇ ਜਿਹੜਾ ਰਿਐਕਟ ਆ ਉਹ ਕਿਵੇਂ ਕਰਦੇ ਹੋ। ਤੇ ਹੁਣ ਸਰਕਾਰ 27 ਕੁਇੰਟਲ ਵਾਲਾ ਨਵਾਂ ਹੀ ਇੱਕ ਤਰੀਕਾ ਕੱਢ ਕੇ ਲੈ ਕੇ ਆਈ ਆ, ਜਿਹਦੇ ਪਿੱਛੇ ਵੀ ਇਹਨਾਂ ਦਾ ਇਹ ਮਨਸਾ ਬਈ ਅਸੀਂ 27 ਕੁਇੰਟਲ ਚੱਕਾਂਗੇ, ਜਿਹੜੀ ਤੁਹਾਡੀ ਰਹਿੰਦੀ ਜੀਰੀ ਆ ਉਹ ਪ੍ਰਾਈਵੇਟ ਵਪਾਰੀ ਤੇ ਕਾਰਪੋਰੇਟਾਂ ਦੇ ਜਿਹੜੇ ਇੱਥੇ ਆਪਦੀਆਂ ਕੰਪਨੀਆਂ ਨੇ ਉਹ ਲੈਣਗੀਆਂ। ਜਾਣੀ ਕਹਿਣ ਦਾ ਭਾਵ ਬਈ ਜਿਹੜਾ ਤਰੀਕਾ ਆ ਕਾਨੂੰਨਾਂ ਰਾਹੀਂ ਉਹ ਲਾਗੂ ਨਹੀਂ ਕਰ ਸਕਦੇ, ਉਹ ਤਰੀਕੇ ਨੂੰ ਟੇਢੇ ਢੰਗ ਦੇ ਨਾਲ ਤੁਹਾਡੇ ਆੜਤੀਆਂ ਨਾਲ ਜੋੜ ਕੇ, ਤੁਹਾਡੀਆਂ ਫਰਦਾਂ ਦੇ ਨਾਲ ਜੋੜ ਕੇ ਤੁਹਾਡੇ ਰਾਹੀਂ ਇਹ ਤਰੀਕਾ ਚਲਾ ਰਹੇ ਨੇ। ਤੇ ਜੇ ਇਸ ਫਰਦਾਂ ਰਾਹੀਂ ਉਹਨਾਂ ਦਾ ਰਾਹ ਪੱਧਰਾ ਹੁੰਦਾ ਤਾਂ ਇਦੋਂ ਗਾਹਾਂ ਵਾਲੀ ਗੱਲ ਇਹ ਖੜੀ ਆ ਵੀ ਜਿਹੜਾ ਹੁਣ DAP ਦੀ ਸ਼ਾਰਟੇਜ ਦਾ ਚੱਲ ਰਿਹਾ, ਸਾਡੇ ਬਹੁਤ ਵੀਰ ਇੱਥੇ ਆਲੂ ਲਾਉਣ ਵਾਲੇ ਬੈਠੇ ਨੇ। ਪਿਛਲੇ ਦਿਨੀ ਸਾਡੇ ਜ਼ਿਲ੍ਹੇ ਦੀ ਇਹ ਗੱਲ ਆ, ਸਾਡੇ ਗਵਾਂਢੀ ਪਿੰਡ ਦੇ ਹੀ ਉਹ ਇੱਥੇ ਆਏ ਹੋਏ ਸੀ। ਉਹਨਾਂ ਨੇ ਮੈਨੂੰ ਕਿਹਾ ਵੀ ਇੱਥੇ DAP ਦੀ ਸ਼ਾਰਟੇਜ ਚੱਲ ਰਹੀ, ਉਹਦਾ ਕੀ ਕਰੀਏ। ਉਹਨਾਂ ਨੇ ਜਦੋਂ ਪ੍ਰਾਈਵੇਟ ਬੰਦਿਆਂ ਨੂੰ ਪਤਾ ਕਰਿਆ, ਜਿਵੇਂ ਕਿ ਸਰਕਾਰ ਨੇ ਵੀ ਕਿਹਾ ਬਈ 50% ਦਾ ਵੰਡਤੀ, 50% ਤੁਹਾਨੂੰ DAP ਸੁਸਾਇਟੀਆਂ ਚੋਂ ਮਿਲੂ, ਸਰਕਾਰ ਰਾਹੀਂ 50% ਤੁਹਾਨੂੰ ਪ੍ਰਾਈਵੇਟ ਵਪਾਰੀਆਂ ਤੋਂ ਲੈਣਾ ਪਊ। ਜਾਣੀ ਕਿ ਪ੍ਰਾਈਵੇਟ ਪਾਸੇ ਨੂੰ ਜਿਹੜੀ ਆ ਉਹ ਵੱਧ ਕਰਤੀ, ਪੱਲੜਾ ਵਧਾਤਾ ਵੀ ਤੁਸੀਂ ਪ੍ਰਾਈਵੇਟ ਵਪਾਰੀਆਂ ਤੋਂ ਵੱਧ DAP ਲਾਓ, ਵੱਧ ਦੇਣਗੇ ਉਹ ਸਰਕਾਰ ਦੇ ਮੁਕਾਬਲੇ। ਤੇ ਜੇ ਐਕਣ ਸਾਡਾ ਸੰਘਰਸ਼ ਚੱਲ ਰਿਹਾ ਤੇ ਦੂਜੇ ਪਾਸੇ ਉਹ ਇਹ ਕਰ ਰਹੇ ਨੇ ਵੀ 70% ਦੀ ਰੇਸ਼ੋ ਘਟਾ ਕੇ 50% ਤੇ ਲਿਆਂਦੀ, 50% ਸਰਕਾਰੀ ਤੇ ਪ੍ਰਾਈਵੇਟ ਅਦਾਰੇ ਨੇ ਜਿਹੜੇ ਉਹ ਸਾਨੂੰ DAP ਦੇਣਗੇ, ਤਾਂ ਸਾਨੂੰ ਇਹ ਭੁਲੇਖਾ ਪਾਉਣ ਦੀ ਕੋਸ਼ਿਸ਼ ਆ ਬਈ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਪਰ ਸਾਡੇ ਕੋਲ ਇਹ ਗੱਲਾਂ ਆਉਂਦੀਆਂ ਨੇ ਬਈ ਸਰਕਾਰ ਹੁਣ ਅੰਦਰੋਂ ਹਿੱਲੀ ਹੋਈ ਆ। ਤੁਸੀਂ ਦੇਖਿਆ ਗੁਜਰਾਤ ਦਾ ਮੁੱਖ ਮੰਤਰੀ ਅਸਤੀਫਾ ਦੇ ਕੇ ਗਿਆ, ਸਾਡਾ ਵੀਰ ਦੱਸ ਕੇ ਗਿਆ ਵੀ ਪ੍ਰਧਾਨ ਮੰਤਰੀ ਦੇਸ਼ ਤੋਂ ਬਾਹਰ ਗਿਆ ਹੋਇਆ, ਉੱਥੇ ਵੀ ਉਹਦੀ ਤੋਏ ਤੋਏ ਹੋ ਰਹੀ ਆ। ਤੁਹਾਡੇ ਸੰਘਰਸ਼ ਦੀਆਂ ਲੀਹਾਂ ਪੂਰੀ ਦੁਨੀਆ ਤੱਕ ਚਲੇ ਗਈਆਂ। ਤੇ ਇਸੇ ਤਰ੍ਹਾਂ ਤੁਸੀਂ ਦੂਜੇ ਮੁਲਕਾਂ ਨੂੰ ਲੜਨ ਲਈ ਵੀ ਚੇਤਨ ਕਰ ਰਹੇ ਹੋ।
ਤੇ ਇਸੇ ਤਰ੍ਹਾਂ ਅਸੀਂ ਇਸ ਸੰਘਰਸ਼ ਨੂੰ ਤੇਜ਼ ਕਰਕੇ ਇਸ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਵਾਂਗੇ ਤੇ ਇੱਥੋਂ ਸਾਮਰਾਜੀ ਤੇ ਕਾਰਪੋਰੇਟਾਂ ਦੀ ਜਿਹੜੀ ਮੰਜੀ ਆ ਉਹ ਮੂਦੀ ਮਾਰ ਕੇ ਦੇਸ਼ ਤੋਂ ਬਾਹਰ ਕੱਢਾਂਗੇ ਤੇ ਕਿਰਤ ਕਰਨ ਵਾਲੇ ਕਿਸਾਨਾਂ ਮਜ਼ਦੂਰਾਂ ਜਿਹੜਾ ਭੁਗਤ ਵਾਲਾ ਰਾਜ ਆ ਉਹ ਅਸੀਂ ਲੈ ਕੇ ਆਵਾਂਗੇ। ਇੰਨੀਆਂ ਗੱਲਾਂ ਨਾਲ ਤੁਹਾਡਾ ਧੰਨਵਾਦ। ਛਪੀਲਿਆ ਜਵਾਨ ਮੁੰਡਿਆ ਬੜਾ ਸੋਹਣਾ ਨੱਚਦਾ ਮੈਦਾਨ ਮੁੰਡਿਆ ਆਸ਼ਿਕਾਂ 'ਚ ਆਪਣਾ ਸ਼ੁਮਾਰ ਕਰ ਲੈ ਪਿਆਰ ਕਰ ਲੈ ਵੇ ਆਜਾ ਪਿਆਰ ਕਰ ਲੈ ਵੇ